परमेश्वर शुक्र तेरी तारीफ तेरे नाम की बड़ाई करदा परमेश्वर कि जो अज दा कलाम परमेश्वर मैं तेरे हजूर सारे मेरे भैन भरावां दे विच शेयर करा। मैनूं भी बल देना, ताकत देना, मेरी जुबान नूं लफज देना। तेरी पाक रूप पवित्र आत्मा दी गवाही मंगदा कि लफज मेरे नहीं बल्कि तेरी तरफ तो होण, ते जो भी इन्हां लफजां दे विच जो भी शब्द वचन मैं इन्हां दे नाल शेयर करा, सब कुछ बेहतर ते चंगे हो जाण। परमेश्वर खुदा दा तेरा धन्नवाद, तेरा शुक्र, तेरी तारीफ करदे। दुआ तुहाडे प्यारे पुत्र प्रभु यीशु मसीह नाम च मंगदे हां। आमीन, 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 आमीन। हालेलुया। सो मैं अज दा जिहड़ा वचन है, ਉਹ ਕਹਾਵਤਾਂ ਦੇ ਵਿੱਚੋਂ ਸਭਨਾਂ ਦੇ ਨਾਲ ਸ਼ੇਅਰ ਕਰਨਾ ਚਾਹਾਂਗਾ। ਕਹਾਵਤਾਂ ਉਹਦਾ 12ਵਾਂ ਚੈਪਟਰ ਦੀ ਪਹਿਲੀ ਆਇਤ ਦੇ ਵਿੱਚ ਆਪਾਂ ਜਾਵਾਂਗੇ, ਦੇਖਦੇ ਹਾਂ ਕੀ ਲਿਖਿਆ ਕਿ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਜੋ ਸੁਧਾਰ ਨਾਲ ਪ੍ਰੀਤ ਰੱਖਦਾ ਹੈ, ਉਹ ਗਿਆਨ ਨਾਲ ਪ੍ਰੀਤ ਰੱਖਦਾ ਹੈ, ਪਰ ਜੋ ਤਾੜ ਨੂੰ ਬੁਰਾ ਜਾਣਦਾ ਹੈ, ਉਹ ਪਸ਼ੂ ਵਰਗਾ ਹੈ। ਭਲੇ ਮਾਨਸ ਤੋਂ ਯਹੋਵਾ ਪ੍ਰਸੰਨ ਹੁੰਦਾ ਹੈ, ਪਰ ਬੁਰੀਆਂ ਜੁਗਤਾਂ ਵਾਲੇ ਨੂੰ ਦੋਸ਼ੀ ਠਹਿਰਾਉਂਦਾ ਹੈ। ਖੋਟ ਨਾਲ ਕੋਈ ਮਨੁੱਖ ਸਥਿਰ ਨਹੀਂ ਹੁੰਦਾ, ਪਰ ਧਰਮੀਆਂ ਦੀ ਜੜ ਕਦੇ ਪੁੱਟੀ ਨਾ ਜਾਵੇਗੀ। ਹਾਲੇਲੂਇਆ। ਮੈਂ ਪਹਿਲੀਆਂ ਤਿੰਨ ਆਇਤਾਂ ਪੜ੍ਹੀਆਂ ਨੇ ਤੇ ਵਚਨ ਦੇ ਵਿੱਚ ਸਾਫ਼ ਆਪਾਂ ਦੇਖਦੇ ਹਾਂ, ਬੜਾ ਵਧੀਆ ਲਫ਼ਜ਼ ਲਏ ਗਏ ਨੇ ਕਿ ਜੇ ਅਸੀਂ ਸੁਧਾਰ ਦੇ ਨਾਲ ਕਿਸੇ ਚੰਗੀ ਚੀਜ਼ ਕਰਨ ਦੇ ਵਿੱਚ ਵਿਸ਼ਵਾਸ ਕਰਦੇ ਹਾਂ, ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਠੀਕ ਹੈ, ਤੇ ਉਹਨਾਂ ਚੀਜ਼ਾਂ ਨੂੰ ਸਿੱਖਣ ਦੀ ਇੱਕ ਚਾਹਤ ਰੱਖਦੇ ਆਪਣੇ ਮਨ ਦੇ ਵਿੱਚ, ਜੋ ਸਾਨੂੰ ਸਾਡੇ ਦਾਸਾਂ ਦੀ ਤਰਫ ਤੋਂ ਜਾਂ ਸਾਨੂੰ ਖੁਦਾ ਦੇ ਰਾਜ ਦੇ ਵਿੱਚੋਂ ਜਾਂ ਚਰਚ ਭਵਨ ਦੇ ਵਿੱਚੋਂ ਜਾਂ ਮਸੀਹ ਦੇ ਲੋਕਾਂ ਤੋਂ ਸਿੱਖਣ ਨੂੰ ਮਿਲਦੀ ਹੈ। ਅਸੀਂ ਅਗਰ ਉਸ ਗਿਆਨ ਨੂੰ ਲੈਣ ਦੀ ਚਾਹਤ ਆਪਣੇ ਮਨਾਂ ਦੇ ਵਿੱਚ ਰੱਖਦੇ ਹਾਂ, ਅਸੀਂ ਉਹਦੇ ਨਾਲ ਪਿਆਰ ਰੱਖਦੇ ਹਾਂ ਕਿ ਹਾਂ ਮੈਂ ਕੁਝ ਸਿੱਖਣ ਲਈ ਆਪਣੇ ਆਪ ਨੂੰ ਨਿਮਰ ਕਰਕੇ ਉਹ ਤੋਂ ਸਿੱਖਾਂ, ਠੀਕ ਹੈ। ਤੇ ਸਿੱਖਣ ਦੇ ਲਈ ਵੀ ਇਹ ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਕਈ ਵਾਰ ਮੈਂ ਦੇਖਦਾ ਹੁੰਦਾ ਕਿ ਜਿਹੜੇ ਜਿਵੇਂ ਆਪਣੀ ਯੂਨੀਵਰਸਿਟੀ ਦੇ ਟਾਈਮ ਪਾਸਟਰ ਹਰੀ ਭੱਟੀ ਆਏ ਸੀ, ਅਸੀਂ ਭੱਟੀ ਆ ਕੇ ਗਏ ਨੇ, ਜਾਂ ਹੁਣ ਬ੍ਰਦਰ ਆ ਕੇ ਗਏ ਸੀਗੇ, ਠੀਕ ਹੈ। ਤੇ ਇਹਨਾਂ ਸਭਨਾਂ ਦੇ ਵਿੱਚ ਮੈਂ ਜਦੋਂ ਇੱਕ ਗੱਲ ਦੇਖਦਾ ਕਿ ਉਹ ਖੁਦਾ ਦੇ ਏਡੇ ਵੱਡੇ ਦਾਸ ਨੇ, ਠੀਕ ਹੈ, ਵਰਸ਼ਿਪ ਨੂੰ ਲੀਡ ਕਰਦੇ ਨੇ, ਉਹਨਾਂ ਦੇ ਲਈ ਹਮਦੁਸਣਾ ਕਰਦੇ ਆ, ਗਾਣਾ ਵਜਾਉਂਦੇ ਨੇ, ਠੀਕ ਹੈ। ਤੇ ਉਹਨਾਂ ਦੇ ਵਿੱਚ ਇੱਕ ਖਾਸ ਚੀਜ਼ ਮੈਂ ਦੇਖੀ ਕਿ ਉਹਨਾਂ ਦੇ ਵਿੱਚ ਇੱਕ ਇੱਛਾ ਸੀਗੀ ਕੁਛ ਨਾ ਕੁਛ ਫਿਰ ਸਿੱਖਣ ਦੀ। ਉਹਨਾਂ ਨੇ ਜਦੋਂ ਬੜੇ ਮਜ਼ੇਦਾਰ ਗੱਲ ਹੈ ਕਿ ਉਹਨਾਂ ਨੇ ਮੈਨੂੰ ਇੱਕ ਵਾਰ ਏਦਾਂ ਹੀ ਚੱਲਦੇ ਹੋਏ, ਅਸੀਂ ਸਾਰੇ ਬੈਠੇ ਸੀਗੇ, ਤੇ ਹਰੀ ਭੱਟੀ ਨੇ ਇੱਕ ਵਾਰ ਏਦਾਂ ਹੀ ਗਾਣਿਆਂ ਦੇ ਬਾਰੇ ਪੁੱਛਣਾ ਸ਼ੁਰੂ ਕੀਤਾ। ਕੋਈ ਗਾਣਾ ਸੀ ਸਾਡਾ ਪੰਜਾਬੀ ਦਾ, ਹੁਣ ਮੇਰੀ ਯਾਦ ਨਹੀਂ। ਉਹਨਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਗਾਣੇ ਦੇ ਬਾਰੇ ਮੈਨੂੰ ਇਹ ਲਫ਼ਜ਼ ਨਹੀਂ ਮਿਲ ਰਹੀ ਜਾਂ ਆਹ ਚੀਜ਼ ਨਹੀਂ ਹੋ ਰਹੀ ਹੈ, ਕਿੱਦਾਂ ਏਦਾਂ। ਤਾਂ ਕਹਿਣ ਦਾ ਮਕਸਦ ਕੀ ਹੈ ਕਿ ਉਹ ਸਿੰਗਰ ਹੈ, ਉਹ ਗਾਣਾ ਵਜਾਣਾ ਉਹਨਾਂ ਦਾ ਇੱਕ ਕੰਮ ਹੈ, ਉਹ ਪਰਮੇਸ਼ਰ ਨੇ ਉਹਨਾਂ ਨੂੰ ਇੱਕ ਗਿਫਟ ਦਿੱਤਾ ਹੋਇਆ, ਠੀਕ ਹੈ। ਪਰ ਫਿਰ ਵੀ ਅਗਰ ਕੁਛ ਸਮਝ ਨਹੀਂ ਆ ਰਹੀ, ਉਹ ਪੁੱਛਣ ਦੀ ਇੱਕ ਹਿੰਮਤ ਰੱਖਣਾ ਵੀ ਬਹੁਤ ਵੱਡੀ ਗੱਲ ਹੈ ਕਿ ਉਹ ਉਸ ਚੀਜ਼ ਨੂੰ ਪਿਆਰ ਕਰਦੇ, ਉਸ ਚੀਜ਼ ਨੂੰ ਨਿਮਰ ਵੇ ਨਾਲ ਇੱਕ ਨੀਵੇਂ ਹੋ ਕੇ ਉਸ ਚੀਜ਼ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਜਿਹੜੇ ਤਾੜ ਜਦੋਂ ਸਾਨੂੰ ਪਰਮੇਸ਼ਰ ਦੇ ਦਾਸਾਂ ਦੀ ਤਰਫ ਤੋਂ ਜਾਂ ਖੁਦਾ ਦੀ ਤਰਫ ਤੋਂ ਸਾਨੂੰ ਕਦੇ ਕਦੇ ਤਾੜਨਾ ਆਉਂਦੀ ਹੈ ਕਿ ਨਹੀਂ ਇਹ ਚੀਜ਼ ਨਹੀਂ ਕਰਨੀ, ਜਾਂ ਕਈ ਵਾਰ ਅਸੀਂ ਕਿਸੇ ਅਧਿਕਾਰ ਦੇ ਹੇਠਾਂ ਕੰਮ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰ ਸਕਦੇ, ਜਾਂ ਕਈ ਵਾਰ ਸਾਨੂੰ ਕੋਈ ਅਧਿਕਾਰ ਦੇ ਹੇਠਾਂ ਕਈ ਵਾਰ ਕੋਈ ਕੰਮ ਕਰਨ ਨੂੰ ਦਿੱਤਾ ਜਾਂਦਾ ਤੇ ਅਸੀਂ ਨਹੀਂ ਕਰ ਪਾ ਰਹੇ ਹੁੰਦੇ ਆ, ਤੇ ਅਸੀਂ ਉਸ ਤਾੜਨਾ ਨੂੰ, ਉਸ ਚੀਜ਼ ਤੋਂ ਭੱਜਦੇ ਆ, ਜਾਂ ਉਸ ਚੀਜ਼ ਤੋਂ ਨਫ਼ਰਤ ਵੀ ਕਰਦੇ ਹਾਂ। ਕਈ ਵਾਰ ਨਫ਼ਰਤ ਇੱਕ ਸਹੀ ਲਫ਼ਜ਼ ਨਹੀਂ ਮੈਂ ਕਹਿ ਸਕਦਾ, ਇੱਕ ਕਹਿ ਲਓ ਵੀ ਮਨ ਦੇ ਵਿੱਚ ਹੁੰਦਾ ਯਾਰ ਮੈਂ ਕਿਉਂ ਸੁਣਾ ਇਹ ਚੀਜ਼ ਨੂੰ, ਜਾਂ ਮੈਂ ਕਿਉਂ ਸਹੀ ਜ਼ਿੰਦਗੀ ਦੇ ਵਿੱਚ ਮੈਂ ਜੋ ਕਰਾਂ ਮੇਰੀ ਮਰਜ਼ੀ ਹੈ, ਮੇਰੀ ਜ਼ਿੰਦਗੀ ਹੈ। ਪਰ ਕਦੇ ਕਦੇ ਸਾਨੂੰ ਉਹਨਾਂ ਅਧਿਕਾਰਾਂ ਨੂੰ ਸਮਝਣ ਦੀ ਜ਼ਰੂਰਤ ਪੈ ਜਾਂਦੀ ਹੈ ਕਿ ਜਿੱਥੇ ਹੁਣ ਅਸੀਂ ਜੁੜੇ ਹਾਂ, ਅਗਰ ਇਹੋ ਚੀਜ਼ ਜਦੋਂ ਮੂਸਾ ਇਜ਼ਰਾਈਲੀਆਂ ਨੂੰ ਲੈ ਕੇ ਆਇਆ ਸੀ, ਤਾਂ ਉਸ ਸਮੇਂ ਪਰਮੇਸ਼ਰ ਦੇ ਅਧਿਕਾਰ ਦੇ ਹੇਠਾਂ ਉਹ ਇਜ਼ਰਾਈਲੀਆਂ ਨੂੰ ਮਿਸਰ ਚੋਂ ਲੈ ਕੇ ਆਇਆ, ਠੀਕ ਹੈ। ਉਹਨੇ ਉਸ ਤਾੜਨਾ ਨੂੰ ਵੀ ਦੇਖਿਆ, ਉਹਨੇ ਪਰਮੇਸ਼ਰ ਦੇ ਪਿਆਰ ਨੂੰ ਵੀ ਦੇਖਿਆ, ਉਹਨੇ ਹਰ ਇੱਕ ਚੀਜ਼ ਨੂੰ ਦੇਖਿਆ। ਜਦ ਪਰਮੇਸ਼ਰ ਨੇ ਉਹਨੂੰ ਕਿਹਾ ਸੀ ਕਿ ਤੂੰ ਮੇਰੇ ਹੁਕਮ ਨੂੰ ਤੋੜਿਆ, ਮੇਰੀ ਆਗਿਆ ਨੂੰ ਤੋੜਿਆ, ਕਿ ਤੂੰ ਇਸ ਦੇਸ਼ ਦੇ ਜਿਹੜਾ ਇੱਕ ਵਾਧਰੀ ਧਰਤੀ ਮੈਂ ਤੈਨੂੰ ਦਿੱਤੀ ਹੈ, ਤੂੰ ਉੱਥੇ ਆਪਣੇ ਲੋਕਾਂ ਨੂੰ ਉਹਦੇ ਕੋਲੇ ਲੈ ਕੇ ਜਾਏਗਾ, ਪਰ ਤੂੰ ਉੱਥੇ ਨਹੀਂ ਪਹੁੰਚ ਪਾਏਗਾ। ਪਰ ਉਸ ਮੂਸਾ ਨੇ ਉਸ ਚੀਜ਼ ਨੂੰ ਵੀ ਸਵੀਕਾਰ ਕੀਤਾ, ਕਿਉਂ? ਕਿਉਂਕਿ ਉਹਨੇ ਅਨਾਗਿਆਕਾਰੀ ਕੀਤੀ ਸੀ, ਉਹਨੇ ਆਗਿਆ ਨੂੰ ਤੋੜਿਆ ਸੀਗਾ। ਕਿ ਉਸ ਤਾੜਨਾ ਨੂੰ ਵੀ ਪਰਮੇਸ਼ਰ ਜੀ ਨੂੰ ਕਦੇ ਸਾਨੂੰ ਕੋਈ ਚੀਜ਼ ਸਾਨੂੰ ਸਿਖਾਉਣ ਦੇ ਲਈ ਸਾਨੂੰ ਦਿੱਤੀ ਜਾਂਦੀ ਹੈ ਖੁਦਾ ਦੇ ਦਾਸਾਂ ਦੀ ਤਰਫ ਤੋਂ। ਕਈ ਵਾਰ ਸਾਨੂੰ ਚਰਚ ਦੇ ਵਿੱਚ ਕਈ ਮੌਕਿਆਂ ਦੇ ਉੱਤੇ ਸਾਨੂੰ ਕੁਛ ਨਾ ਕੁਛ ਕਿਹਾ ਜਾਂਦਾ ਹੈ ਕਿ ਇਸ ਚੀਜ਼ ਨੂੰ ਇਸ ਤਰ੍ਹਾਂ ਸਹੀ ਕਰਨ ਦੀ ਜ਼ਰੂਰਤ ਹੈ, ਜਾਂ ਇਸ ਚੀਜ਼ ਨੂੰ ਇਸ ਤਰ੍ਹਾਂ ਸਹੀ ਕਰਨ ਦੀ ਜ਼ਰੂਰਤ ਹੈ। ਕਈ ਵਾਰ ਮੈਨੂੰ ਵੀ ਬੜੇ ਹਾਲਾਤਾਂ ਦੇ ਵਿੱਚ, ਕਿਉਂਕਿ ਕੋਈ ਵੀ ਪਰਫੈਕਟ ਨਹੀਂ ਹੈ, ਅਸੀਂ ਵੀ ਅੱਜ ਵੀ ਸਿੱਖ ਰਹੇ ਹਾਂ, ਤੇ ਅੱਜ ਵੀ ਓਨਾ ਹੀ ਉਸੇ ਤਰ੍ਹਾਂ ਹੀ ਅਸੀਂ ਅੱਜ ਵੀ ਇਹ ਫੀਲ ਕਰਦਾ ਮੈਂ ਆਪਣੇ ਮਨ ਦੇ ਵਿੱਚ ਕਿ ਨਹੀਂ, ਅਸੀਂ ਹਜੇ ਵੀ ਮਸੀਹ ਦੇ ਵਿੱਚ ਬੱਚੇ ਹਾਂ, ਅਸੀਂ ਸਿੱਖ ਰਹੇ ਹਾਂ। ਸੋ ਅਗਰ ਅਸੀਂ ਕੋਈ ਗਲਤੀ ਕਰਾਂਗੇ ਤੇ ਸਾਡੇ ਦਾਸਾਂ ਦਾ ਪੂਰਾ ਹੱਕ ਹੈ ਕਿ ਸਾਨੂੰ ਕੁਛ ਕਹਿਣ, ਤੇ ਅਸੀਂ ਅੱਗੇ ਤੋਂ ਉਸ ਚੀਜ਼ ਨੂੰ ਸਹੀ ਕਰ ਸਕੀਏ, ਅੱਗੇ ਤੋਂ ਉਹਨੂੰ ਫਿਰ ਤੋਂ ਨਾ ਦੁਹਰਾਈਏ। ਤਾਂ ਇਸੇ ਤਰ੍ਹਾਂ ਸਾਨੂੰ ਆਪਣੇ ਆਪ ਨੂੰ ਨਿਮਰ ਕਰਕੇ ਉਸ ਚੀਜ਼ ਨੂੰ ਦੇਖਣ ਦੀ ਜ਼ਰੂਰਤ ਹੈ ਕਿ ਅਸੀਂ ਅਗਰ ਸਾਨੂੰ ਸਾਡਾ ਖੁਦਾ ਦਾ ਦਾਸ ਕੁਛ ਕਹਿ ਰਿਹਾ ਹੈ, ਜਾਂ ਕੋਈ ਮੇਰਾ ਭੈਣ ਭਰਾ ਸਾਨੂੰ ਕੁਛ ਕਹਿ ਰਿਹਾ ਹੈ,
ਕਿ ਉਹ ਤਾੜਨਾ ਜਾਂ ਕੋਈ ਗੱਲਬਾਤ ਇਹ ਵੀ ਤਾੜਨਾ ਜ਼ਰੂਰੀ ਹੈ ਕਿ ਪਿਆਰ ਨਾਲ ਹੋਣੀ ਜ਼ਰੂਰੀ ਹੈ। ਸਹੀ ਗੱਲ ਹੈ, ਜਿਵੇਂ ਹਰ ਸਮੇਂ ਸਾਡੇ ਖੁਦਾ ਦੇ ਦਾਸ ਕਹਿ ਦਿੰਦੇ ਆ, ਠੀਕ ਹੈ, ਕਿ ਭਲੇ ਮਾਨਸ ਤੋਂ ਯਹੋਵਾ ਹਮੇਸ਼ਾ ਪ੍ਰਸੰਨ ਹੁੰਦਾ ਹੈ, ਪਰ ਜਿਹੜੀਆਂ ਬੁਰੀਆਂ ਜੁਗਤਾਂ ਦੇ ਨਾਲ ਕੋਈ ਪਲਾਨ ਕਰਦਾ ਨਾ ਆਪਣੀ ਜੁਗਤ ਦੇ ਮੁਤਾਬਕ, ਕਿ ਕਹਿ ਲਓ ਵੀ ਅੰਦਰੋਂ ਕੁਝ ਹੋਰ ਨੇ ਤੇ ਬਾਹਰੋਂ ਕੁਝ ਹੋਰ ਨੇ, ਠੀਕ ਹੈ, ਜਦੋਂ ਅਸੀਂ ਉਹ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦੇਖੋ ਅਸੀਂ ਇਨਸਾਨ ਨੂੰ ਧੋਖਾ ਦੇ ਸਕਦੇ ਹਾਂ ਪਰ ਪਰਮੇਸ਼ਰ ਨੂੰ ਧੋਖਾ ਨਹੀਂ ਦੇ ਸਕਦੇ। ਪਰਮੇਸ਼ਰ ਦਾ ਕਲਾਮ ਕਹਿੰਦਾ ਕਿ ਉਹ ਸਾਡੇ ਹਿਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਰ ਹੈ ਤੇ ਸਾਡੇ ਦਿਲਾਂ ਹਿਰਦਿਆਂ ਨੂੰ ਜਾਣਦਾ ਹੈ ਤੇ ਜਾਂਚਦਾ ਸਾਨੂੰ, ਉਹਨੂੰ ਸਭ ਕੁਝ ਬਿਹਤਰ ਪਤਾ ਹੈ। ਤਾਂ ਜਿਵੇਂ ਕਿ ਅੱਜ ਪਾਸਟਰ ਜੋਨੀ ਨੇ ਵੀ ਸਾਨੂੰ ਇੱਕ ਥੋੜੀ ਜਿਹੀ ਛੋਟੀ ਜਿਹੀ ਇੱਕ ਵਚਨ ਦੇ ਮੁਤਾਬਕ ਤਾੜਨਾ ਦਿੱਤੀ ਹੈ, ਇੱਕ ਸਿਖਾਇਆ ਵੀ, ਇੱਕ ਸਿੱਖਿਆ ਵੀ ਦਿੱਤੀ ਹੈ, ਇੱਕ ਤਾੜਨਾ ਵੀ ਆਈ ਹੈ ਕਿ ਅਸੀਂ ਆਪਣੀ ਜਗ੍ਹਾ ਦੇ ਉੱਤੇ ਜਿਹੜੀ ਜਗ੍ਹਾ ਸਾਨੂੰ ਦਿੱਤੀ ਗਈ ਹੈ ਅਸੀਂ ਉਸ ਜਗ੍ਹਾ ਨੂੰ ਸੰਭਾਲੀਏ, ਉਹਦੇ ਵਿੱਚ ਬਣੇ ਰਹੀਏ, ਠੀਕ ਹੈ, ਤੇ ਖਾਸ ਕਰਕੇ ਜੋ ਅਧਿਕਾਰ ਸਾਨੂੰ ਦਿੱਤਾ ਗਿਆ ਸੀ ਇਸ ਅਧਿਕਾਰ ਨੂੰ ਵਰਤੀਏ, ਪਰ ਇੱਕ ਵਧੀਆ ਤਰੀਕੇ ਵਰਤੀਏ, ਪਰ ਉਹ ਅਧਿਕਾਰ ਵੀ ਪਰਮੇਸ਼ਰ ਦੀ ਮਰਜ਼ੀ ਦੇ ਮੁਤਾਬਕ ਹੋਣਾ ਜ਼ਰੂਰੀ ਹੈ, ਕਿਉਂਕਿ ਅਗਰ ਉਹਦੀ ਮਰਜ਼ੀ ਨਹੀਂ ਹੈ ਕਿਸੇ ਅਧਿਕਾਰ ਨੂੰ ਵਰਤ ਰਹੇ ਆ ਤੇ ਉਹ ਵੀ ਸਹੀ ਨਹੀਂ ਹੈ, ਕਿਉਂਕਿ ਪਰਮੇਸ਼ਰ ਦਾ ਕਲਾਮ ਕਹਿੰਦਾ ਕਿ ਉਹ ਵੀ ਇੱਕ ਕਾਨੂੰਨ ਹੈ ਉਹਦਾ, ਠੀਕ ਹੈ, ਉਹ ਆਪਣੇ ਕਾਨੂੰਨਾਂ ਚੋਂ ਬਾਹਰ ਹੋ ਕੇ ਕਦੇ ਵੀ ਕੁਛ ਵੀ ਨਹੀਂ ਕਰਦਾ। ਸੋ ਉਹ ਵੀ ਇੱਕ ਹੁਕਮ ਦਾ ਤੇ ਇੱਕ ਕਾਨੂੰਨ ਦਾ ਤੇ ਇੱਕ ਕਹਿ ਲਓ ਵੀ ਇੱਕ ਆਰਡਰ ਦਾ ਖੁਦਾ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਹਰ ਇੱਕ ਚੀਜ਼ ਨੂੰ ਇੱਕ ਆਰਡਰ ਦੇ ਮੁਤਾਬਕ ਕਰਦਾ, ਨਾ ਕਿ ਆਰਡਰ ਚੋਂ ਬਾਹਰ ਹੋ ਕੇ ਪਹਿਲੇ ਨੂੰ 10ਵੇਂ ਤੇ 10ਵੇਂ ਨੂੰ ਪਹਿਲੇ ਤੇ ਕਦੇ ਨਹੀਂ ਲੈ ਕੇ ਆਵੇਗਾ। ਉਸੇ ਤਰ੍ਹਾਂ ਜਿਵੇਂ ਅੱਗੇ ਵਚਨ 'ਚ ਲਿਖਿਆ, ਕਹਿੰਦਾ ਜਿਹੜੇ ਦੇ ਮਨ ਦੇ ਵਿੱਚ ਕਦੇ ਖੋਟ ਹੋਵੇ ਨਾ, ਉਹ ਬੰਦਾ ਕਦੇ ਵੀ ਆਪਣੀ ਜਗ੍ਹਾ ਤੇ ਸਥਿਰ ਨਹੀਂ ਰਹਿ ਸਕਦਾ, ਠੀਕ ਹੈ, ਪਰ ਧਰਮੀਆਂ ਦੀ ਜੜ ਕਦੇ ਪੁੱਟੀ ਨਹੀਂ ਜਾਵੇਗੀ। ਮੈਂ ਗਵਾਹੀ ਵੀ ਦੇ ਕੇ ਹਟਿਆ, ਠੀਕ ਹੈ, ਇਹ ਗਵਾਹੀ ਇਸ ਲਈ ਨਹੀਂ ਕਿ ਮੈਂ ਆਪਣੇ ਨਾਮ ਨੂੰ ਉੱਪਰ ਕਰਾਂ ਜਾਂ ਮੈਂ ਆਪਣੇ ਆਪ ਨੂੰ ਕਵਾਂ ਦੇਖ ਮੇਰੇ ਕੰਮ, ਨਹੀਂ, ਇਹ ਸਾਰੀਆਂ ਚੀਜ਼ਾਂ ਨੇ ਕਿ ਪਰਮੇਸ਼ਰ ਕਰ ਰਿਹਾ, ਪਰਮੇਸ਼ਰ ਹਰ ਇੱਕ ਦੀ ਦੁਆ ਨੂੰ ਸੁਣ ਰਿਹਾ ਹੈ। ਬੜੇ ਮੇਰੇ ਭੈਣ ਭਰਾ ਜਿਹੜੇ ਅੱਜ ਅਸੀਂ ਆਨਲਾਈਨ ਬੈਠੇ ਆ, ਬੜਿਆਂ ਦੀ ਜ਼ਿੰਦਗੀ 'ਚ ਬਹੁਤ ਗਵਾਹੀਆਂ ਹੋਣਗੀਆਂ, ਠੀਕ ਹੈ, ਅਸੀਂ ਦੇਖ ਸਕਦੇ ਹਾਂ ਕਿ ਕਿਉਂਕਿ ਕਿਸੇ ਨੂੰ ਕਹਿਣ ਤੋਂ ਪਹਿਲਾਂ ਮੈਂ ਆਪਣੀ ਜ਼ਿੰਦਗੀ ਦੇ ਬਾਰੇ ਦੇਖਦਾ ਕਿ ਇਹ ਵਚਨ ਮੇਰੇ ਤੇ ਬੜਾ ਢੁਕਦਾ ਕਿ ਜਦ ਤੱਕ ਮੈਂ ਆਪਣੇ ਮਨ 'ਚ ਖੋਟ ਰੱਖੀ, ਮੈਂ ਸਥਿਰ ਨਹੀਂ ਸੀਗਾ ਮਸੀਹ ਦੇ ਵਿੱਚ, ਪਰ ਜਿਸ ਦਿਨ ਉਸ ਖੋਟ ਨੂੰ ਮੈਂ ਬਾਹਰ ਕੱਢਿਆ, ਮੈਂ ਇੱਕ ਧਰਮੀ ਦੇ ਵਾਂਗ ਪਰਮੇਸ਼ਰ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚ ਚੱਲਣ ਦੇ ਆਪਣੇ ਆਪ ਨੂੰ ਬਣਾਇਆ ਕਿ ਮੈਂ ਉਹਦੇ ਵਿੱਚ ਉਸ ਤਰ੍ਹਾਂ ਚੱਲਾਂ ਜਿਵੇਂ ਪਰਮੇਸ਼ਰ ਦਾ ਕਲਾਮ ਕਹਿੰਦਾ ਹੈ, ਤੇ ਜਿਵੇਂ ਜਿਵੇਂ ਉਹਦੇ ਵਿੱਚ ਚੱਲਣਾ ਸ਼ੁਰੂ ਕੀਤਾ, ਪਰਮੇਸ਼ਰ ਨੇ ਉਵੇਂ ਉਵੇਂ ਹੀ ਬਰਕਤ ਦੇਣੀ ਸ਼ੁਰੂ ਕੀਤੀ। ਪਰ ਜਿੰਨਾ ਚਿਰ ਮੇਰੇ ਮਨ ਦੇ ਵਿੱਚ ਖੋਟ ਸੀ, ਮੈਂ ਪਰਮੇਸ਼ਰ ਦੇ ਪ੍ਰਤੀ ਵਫ਼ਾਦਾਰ ਨਹੀਂ ਸੀਗਾ, ਜਾਂ ਮੈਂ ਜਿਹੜੇ ਚਰਚ ਦੇ ਵਿੱਚ ਅਸੀਂ ਭੈਣ ਭਰਾ ਇਕੱਠੇ ਹੁੰਦੇ ਸੀ ਉਹਨਾਂ ਪ੍ਰਤੀ ਵਫ਼ਾਦਾਰ ਨਹੀਂ ਸੀ, ਕੋਈ ਗੱਲਬਾਤ ਨਹੀਂ ਸੀ ਸਹੀ ਕਰਦਾ, ਠੀਕ ਹੈ, ਤਾਂ ਉਹਨਾਂ ਚਿਰ ਪਰਮੇਸ਼ਰ ਨੇ ਵੀ ਮੈਨੂੰ ਬਰਕਤ ਨਹੀਂ ਦਿੱਤੀ। ਇਹ ਨਹੀਂ ਉਹਨੇ ਮੇਰਾ ਸਾਥ ਵੀ ਨਹੀਂ ਛੱਡਿਆ, ਪਰ ਉਹਨੇ ਮੈਨੂੰ ਬਰਕਤ ਵੀ ਨਹੀਂ ਦਿੱਤੀ ਉਸ ਸਮੇਂ। ਬਰਕਤ ਇਹ ਸੀ ਕਿ ਉਹਨੇ ਮੇਰਾ ਹੱਥ ਫੜ ਕੇ ਰੱਖਿਆ ਕਿ ਮੈਂ ਉਹਨਾਂ ਚੀਜ਼ਾਂ ਤੋਂ ਮੁੜਿਆ ਆਵਾਂ, ਕਿਉਂਕਿ ਪਰਮੇਸ਼ਰ ਕਹਿੰਦਾ ਕਿ ਉਹ ਅਗਰ ਅਸੀਂ ਜਿੰਨਾ ਵੀ ਬੁਰਾ ਕਰਦੇ ਜਾਈਏ, ਪਰ ਪਰਮੇਸ਼ਰ ਦਾ ਪਿਆਰ ਹੈ ਕਿ ਪਰਮੇਸ਼ਰ ਸਾਡਾ ਹੱਥ ਕਦੇ ਨਹੀਂ ਛੱਡਦਾ, ਉਹ ਸਾਨੂੰ ਫਿਰ ਵੀ ਉਹਨਾਂ ਚੀਜ਼ਾਂ ਤੋਂ ਕੱਢਣ ਦੀ ਕੋਸ਼ਿਸ਼ ਕਰਦਾ, ਤੇ ਇਹ ਸਾਡੇ ਤੇ ਨਿਰਭਰ ਕਰਦਾ। ਸੋ ਇਸੇ ਤਰ੍ਹਾਂ ਵਚਨ ਮੈਂ ਆਪਣੇ ਆਪ ਤੇ ਵੀ ਲੈਣਾ ਕਿ ਇਸੇ ਤਰ੍ਹਾਂ ਸਾਡੇ ਸਭਨਾਂ ਦੇ ਉੱਤੇ ਵੀ ਇਹ ਲਾਗੂ ਹੁੰਦਾ ਹੈ ਕਿ ਜਿੰਨਾ ਚਿਰ ਅਸੀਂ ਆਪਣੇ ਮਨ ਦੇ ਵਿੱਚ ਖੋਟ ਰੱਖਾਂਗੇ, ਕੋਈ ਵੀ ਚੀਜ਼ ਹੈ ਜਿਹੜੀ ਆਪਣੇ ਮਨ ਦੇ ਵਿੱਚ ਆਪਣੇ ਹੀ ਮੁਤਾਬਕ ਕਰਨ ਦੀ ਕੋਸ਼ਿਸ਼ ਕਰਾਂਗੇ, ਤੇ ਅਸੀਂ ਪਰਮੇਸ਼ਰ 'ਚ ਕਦੇ ਵੀ ਸਥਿਰ ਬਣ ਕੇ ਕੁਝ ਵੀ ਨਹੀਂ ਕਰ ਸਕਦੇ। ਸਾਨੂੰ ਜ਼ਰੂਰਤ ਹੈ ਕਿ ਜੋ ਪਰਮੇਸ਼ਰ ਦਾ ਕਲਾਮ ਕਹਿੰਦਾ ਹੈ, ਠੀਕ ਹੈ, ਵਚਨ ਕਹਿੰਦਾ ਹੈ ਕਿ ਹਾਂ ਅਸੀਂ ਉਹਦੇ ਉਹਦੇ ਇੱਕ ਧਰਮੀ ਬਣ ਜਾਈਏ, ਅਸੀਂ ਉਹਦੇ ਪ੍ਰਤੀ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਦੀ ਤਾਕਤ ਬਣਾਈਏ, ਤੇ ਸਾਨੂੰ ਕਦੇ ਵੀ ਸਾਡੀ ਜਗ੍ਹਾ ਤੋਂ ਕੋਈ ਨਹੀਂ ਹਿਲਾ ਸਕਦਾ, ਕਿਉਂਕਿ ਜਿਸ ਜਗ੍ਹਾ ਤੇ ਤੁਹਾਨੂੰ ਪਰਮੇਸ਼ਰ ਨੇ ਸਥਿਰ ਕੀਤਾ, ਜਿਸ ਵੀ ਕੰਮ ਵਾਲੀ ਸਥਿਰ ਕੀਤਾ, ਕਿਉਂਕਿ ਹਰ ਇੱਕ ਦੇ ਕੋਲੇ ਹਰ ਇੱਕ ਆਪਣਾ ਤੋਹਫਾ ਹੈ ਜਿਹੜਾ ਪਰਮੇਸ਼ਰ ਦੀ ਤਰਫ ਤੋਂ ਦਿੱਤਾ ਗਿਆ ਹੈ। ਸ਼ਾਇਦ ਉਹ ਤੋਹਫਾ ਜਿਹੜਾ ਮੇਰੇ ਕੋਲੇ ਆ ਉਹ ਕਿਸੇ ਹੋਰ ਕੋਲੇ ਨਾ ਹੋਵੇ, ਪਰ ਜਿਹੜਾ ਕਿਸੇ ਹੋਰ ਕੋਲੇ ਆ ਉਹ ਮੇਰੇ ਕੋਲੇ ਨਾ ਹੋਵੇ। ਹਰ ਇੱਕ ਦੇ ਕੋਲ ਇੱਕ ਤੋਹਫਾ ਹੈ, ਉਹ ਪਰਮੇਸ਼ਰ ਨੇ ਦਿੱਤਾ ਹੋਇਆ, ਤਾਂ ਸਾਨੂੰ ਪਛਾਣ ਕੇ ਉਸ ਚੀਜ਼ ਨੂੰ ਰੱਖ ਕੇ ਤੇ ਆਪਣੇ ਮਨਾਂ ਨੂੰ ਸਾਫ਼ ਕਰਕੇ ਉਸ ਚੀਜ਼ ਨੂੰ ਵਰਤਣ ਦੀ ਜ਼ਰੂਰਤ ਹੈ ਕਿ ਪਰਮੇਸ਼ਰ ਦੇ ਰਾਜ ਦੇ ਪ੍ਰਤੀ ਅਸੀਂ ਉਹਨਾਂ ਚੀਜ਼ਾਂ ਨੂੰ ਕਰ ਸਕੀਏ, ਤਾਂ ਕਿ ਜਿਵੇਂ ਮੈਂ ਆਪਣੇ ਆਪ ਨੂੰ ਬਦਲਿਆ, ਆਪਣੀ ਜ਼ਿੰਦਗੀ ਨੂੰ ਪਰਮੇਸ਼ਰ ਦੇ ਨਾਮ 'ਚ ਬਦਲਿਆ ਤੇ ਪਰਮੇਸ਼ਰ ਨੇ ਮੇਰੀ ਮਦਦ ਕੀਤੀ, ਜਿਵੇਂ ਜਿਵੇਂ ਮੈਂ ਉਹਨੂੰ ਪੁਕਾਰਿਆ, ਉਸੇ ਤਰ੍ਹਾਂ ਅਸੀਂ ਵੀ ਅੱਜ ਆਪਣੀਆਂ ਜ਼ਿੰਦਗੀਆਂ ਨੂੰ ਦੇਖ ਕੇ ਉਸ ਚੀਜ਼ ਨੂੰ ਬਦਲਦੇ ਜਾਈਏ। ਇਹ ਕਲਾਮ ਇਸ ਕਰਕੇ ਨਹੀਂ ਕਿ ਕਿਸੇ ਦੇ ਮਨ ਦੇ ਵਿੱਚ ਮੈਂ ਕਿਸੇ ਤੇ ਲਾ ਕੇ ਵਚਨ ਨੂੰ ਦੱਸਾਂ ਜਾਂ ਕਿਸੇ ਤੇ ਨਹੀਂ, ਕਿਉਂਕਿ ਮੈਂ ਖੁਦ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਗਿਆ, ਸੋ ਮੈਂ ਇਸ ਚੀਜ਼ ਦਾ ਬਿਹਤਰ ਤਜਰਬਾ ਕਰ ਸਕਦਾ ਕਿ ਕੀ ਸਾਨੂੰ ਕਰਨ ਦੀ ਜ਼ਰੂਰਤ ਹੈ। ਸੋ ਜਿਵੇਂ ਮੈਂ ਪਹਿਲੀ ਚੀਜ਼ ਕਹੀ ਸੀ ਕਿ ਸਾਨੂੰ ਆਪਣੇ ਆਪ ਨੂੰ ਸੁਧਾਰਨ ਦੀ ਜ਼ਰੂਰਤ ਹੈ, ਸੁਧਾਰਦੇ ਜਾਓ, ਸੁਧਾਰਨ ਦੇ ਵਿੱਚ ਹਮੇਸ਼ਾ ਲੱਗੇ ਰਹੋ, ਠੀਕ ਹੈ। ਦੂਸਰੀ ਚੀਜ਼ ਕਿ ਗਿਆਨ ਦੇ ਪ੍ਰਤੀ ਕਦੇ ਵੀ ਝਿਜਕਾਓ ਨਾ, ਕਿ ਜੇ ਸ਼ਾਇਦ ਮੈਂ ਪੁੱਛ ਲਿਆ ਕਿ ਆਹ ਵਚਨ ਦੇ ਬਾਰੇ ਕੀ ਹੈ, ਤੇ ਸ਼ਾਇਦ ਲੋਕ ਸੋਚਣਗੇ ਮੈਂ ਕਦੇ ਬਾਈਬਲ ਹੀ ਨਹੀਂ ਸੀ ਪੜ੍ਹੀ, ਜਿਹੜਾ ਮੈਨੂੰ ਅੱਜ ਇਹ ਵਚਨ ਜੇ ਮੈਂ ਕਿਸੇ ਨੂੰ ਪੁੱਛੂੰਗਾ ਤੇ ਸ਼ਾਇਦ ਲੋਕ ਪੁੱਛਣਗੇ ਕਿ ਮੈਂ ਕਦੇ ਬਾਈਬਲ ਨਹੀਂ ਸੀ ਪੜ੍ਹੀ, ਠੀਕ ਹੈ। ਬਲਕਿ ਗਿਆਨ ਜਿੰਨਾ ਮਿਲੇ ਓਨਾ ਹੀ ਲੈਂਦੇ ਜਾਓ, ਠੀਕ ਹੈ, ਤੇ ਹਮੇਸ਼ਾ ਤਾੜਨਾ ਤੋਂ ਡਰੋ ਨਾ, ਬਲਕਿ ਤਾੜਨਾ ਨੂੰ ਵੀ ਪਿਆਰ ਨਾਲ ਲਓ, ਤਾਂ ਕਿ ਉਸ ਚੀਜ਼ ਨੂੰ ਤੁਸੀਂ ਸੁਧਾਰ ਸਕੋ, ਠੀਕ ਹੈ, ਤੇ ਆਪਣੇ ਕੀ ਹੈ ਭਲਿਆਂ ਚੰਗੀਆਂ ਚੀਜ਼ਾਂ ਦੇ ਵਿੱਚ ਲੱਗੇ ਰਹੋ,
ਠੀਕ ਹੈ, ਤੇ ਜੋ ਬੁਰੇ ਕੰਮ ਨੇ ਉਹਨਾਂ ਨੂੰ ਛੱਡਦੇ ਜਾਓ, ਤੇ ਮਨ ਨੂੰ ਹੈ ਜਿਵੇਂ ਦੇ ਤੁਸੀਂ ਬਾਹਰੋਂ ਦਿਖ ਰਹੇ ਹੋ ਅੰਦਰ ਵੀ ਤੁਸੀਂ ਉਦਾਂ ਦੇ ਹੀ ਬਣ ਜਾਓ, ਠੀਕ ਹੈ। ਤੇ ਉਸ ਤੋਂ ਬਾਅਦ ਤੇ ਆਪਣੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਖੋਟ ਨਾ ਰੱਖੋ, ਤਾਂ ਕਿ ਧਰਮੀ ਬਣ ਕੇ ਤੁਹਾਡੀ ਜੜ ਨੂੰ ਕੋਈ ਨਾ ਪੱਟ ਸਕੇ। ਇਹ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਮੈਂ 3 ਆਇਤਾਂ ਦੇ ਵਿੱਚ ਤੁਹਾਨੂੰ ਦੱਸਿਆ। ਸੋ ਆਈ ਹੋਪ ਪਰਮੇਸ਼ਰ ਨੇ ਤੁਹਾਨੂੰ ਇਸ ਵਚਨ ਦੇ ਨਾਲ ਬਰਕਤ ਦਿੱਤੀ ਹੋਵੇਗੀ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਆਮੀਨ।